उन्होंने पब्लिकेशनां कीतियां प्रोग्रामां तो इलावा। ਉਹ ਪਬਲੀਕੇਸ਼ਨਾਂ ਸਾਰੀਆਂ ਬਹੁਤ ਵੱਡਮੁੱਲੀਆਂ ਨੇ। ਜਿਹੜੀ ਤੁਸੀਂ ਦੱਸੀ ਹੁਣ ਭਗਤ ਸਿੰਘ ਟੁਡੇ, ਅਤੇ ਉਸ ਤੋਂ ਬਾਅਦ ਗਦਰ ਪਾਰਟੀ ਨੂੰ ਲੈ ਕੇ ਜਾਂ ਕਾਮਾਗਾਟਾ ਮਾਰੂ ਨੂੰ ਲੈ ਕੇ ਉਹ ਬਹੁਤ ਵੱਡੀਆਂ ਵੱਡੀਆਂ ਪਬਲੀਕੇਸ਼ਨ ਕੀਤੀਆਂ ਨੇ, ਔਰ ਉਹਨਾਂ ਦਾ ਬਹੁਤ ਨਾ ਸਿਰਫ ਸਿਆਸੀ ਮਹੱਤਵ ਹੈ ਬਲਕਿ ਐਕੈਡੈਮਿਕ ਲੈਵਲ 'ਤੇ ਵੀ ਬਹੁਤ ਉਹ ਉੱਚ ਪਾਏ ਦੀਆਂ ਕਲੈਕਸ਼ਨ ਨੇ। ਸੋ ਮੈਨੂੰ ਬੜੀ ਖੁਸ਼ੀ ਹੈ। ਇੱਕ ਤਾਂ ਮੈਂ ਆਪਣੇ ਸਾਰੇ ਦੋਸਤਾਂ ਨੂੰ 10 ਸਾਲ ਪਹਿਲਾਂ ਜਿਨ੍ਹਾਂ ਨੂੰ ਇੱਥੇ ਮਿਲਿਆ ਸੀ ਐਡਮੰਟਨ, ਅਤੇ ਜਿਨ੍ਹਾਂ ਵਿੱਚੋਂ ਕੁਝ ਨੂੰ, ਕਾਲੀਆ ਜੀ ਨੂੰ ਅਤੇ ਜਸਵੀਰ ਹੋਰਾਂ ਨੂੰ, ਮੈਂ ਹਿੰਦੁਸਤਾਨ 'ਚ ਵੀ ਦੁਬਾਰਾ ਮਿਲਣ ਦਾ ਮੌਕਾ ਮਿਲਦਾ ਰਿਹਾ ਨਾਲ ਨਾਲ, ਲੇਕਿਨ ਬਹੁਤ ਮੈਂ ਹੁਣ ਸਕਰੀਨ 'ਤੇ ਹੀ ਦੁਬਾਰਾ ਮਿਲ ਰਿਹਾ। ਦਲਵੀਰ ਹੋਣ ਜਾਂ ਕਿਰਤਮੀਤ ਹੋਣ ਜਾਂ ਨਵਤੇਜ ਹੋਣ, ਅਤੇ ਰਾਜ ਪੰਨੂ ਹੋਰਾਂ ਨੂੰ ਮੈਂ ਯਾਦ ਕਰ ਰਿਹਾ ਸੀ ਅੱਜ, ਕਿਉਂਕਿ ਉਹਨਾਂ ਦਾ ਮੇਰੇ ਬੜਾ ਪਲੇਜ਼ੈਂਟ ਪ੍ਰਭਾਵ ਪਿਆ ਸੀ ਉਦੋਂ ਪਿਛਲੀ ਮੀਟਿੰਗ 'ਚ 2011 ਵਾਲੀ 'ਤੇ। ਅਤੇ ਮੈਂ ਸਾਰੇ ਦੋਸਤਾਂ ਨੂੰ, ਹਰਿੰਦਰ ਤਾਂ 2012 'ਚ ਮੈਨੂੰ ਉੱਥੇ ਟੋਰੰਟੋ ਮਿਲੇ ਸੀ ਵੱਖਰੇ ਉੱਥੇ। ਅਤੇ ਆਪਾਂ ਅੱਜ ਦੀ ਗੱਲ 'ਤੇ ਆਉਣੇ ਆ, ਕਿਉਂਕਿ ਸਮੇਂ ਦੀ ਥੋੜ੍ਹੀ ਜਿਹੀ ਕਾਲੀਆ ਜੀ ਨੇ ਬੜਾ ਡਿਸਪਲਿਨ ਰੱਖਿਆ ਹੋਇਆ ਹਰ ਚੀਜ਼ ਦੇ ਵਿੱਚ, ਅਤੇ ਚੰਗੀ ਚੀਜ਼ ਹੈ ਡਿਸਪਲਿਨ। ਸੋ ਇਸ ਵੇਲੇ ਜਿਹੜੀ ਭਾਰਤ ਦੀ ਕਿਰਸਾਨੀ ਲਹਿਰ ਹੈ, ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹੁੰਦਾ ਇਹਦੇ ਬਾਰੇ, ਜਿਹਨੂੰ ਅੰਡਰਲਾਈਨ ਕਰਨ ਵਾਲੀ ਗੱਲ ਕਹਿਣਾ, ਕਿ ਇਹ ਐਪੀਕਲ ਹਿਸਟੋਰੀਕਲ ਮੂਵਮੈਂਟ ਹੈ, ਇਹ ਮਹਾਕਾਵਿਕ ਇਤਿਹਾਸਕ ਲਹਿਰ ਹੈ। ਔਰ ਦੁਨੀਆ ਦੀਆਂ ਇਸ ਵੇਲੇ ਜਿੰਨੀਆਂ ਲਹਿਰਾਂ ਹੋਈਆਂ ਨੇ ਦੁਨੀਆ ਦੇ ਇਤਿਹਾਸ, ਭਾਰਤ ਦੇ ਇਤਿਹਾਸ ਨਹੀਂ, ਭਾਰਤ ਦਾ ਇਤਿਹਾਸ ਤੇ ਵੱਖਰਾ, ਉਹਦੇ 'ਚ ਇਹਦਾ ਮਹੱਤਵ ਆਪਣੀ ਜਗ੍ਹਾ ਹੈਗਾ ਹੀ ਹੈਗਾ। ਦੁਨੀਆ ਦੀ ਮੁਕਤੀ ਸੰਗਰਾਮਾਂ ਦੀ ਜਿੰਨੀਆਂ ਲਹਿਰਾਂ ਨੇ, ਚਾਹੇ ਉਹ 1799 ਦੇ ਫਰੈਂਚ ਰੈਵੋਲੂਸ਼ਨ ਤੋਂ ਲੈ ਕੇ ਅਤੇ ਹੁਣ ਤੱਕ ਲੈਟਿਨ ਅਮਰੀਕਾ ਦੇ ਵਿੱਚ ਅਤੇ ਹੋਰ ਮੁਲਕਾਂ ਦੇ ਵਿੱਚ ਬਲੈਕ ਲਾਈਵਜ਼ ਮੈਟਰ ਹੋਵੇ ਅਮਰੀਕਾ ਦੀ, ਜਾਂ ਹੋਰ ਜਿੰਨੀਆਂ ਵੀ ਲਹਿਰਾਂ ਨੇ, ਉਹਨਾਂ 'ਚ ਇੱਕ ਇਹਦਾ ਥਾਂ ਬਣ ਚੁੱਕਿਆ। ਇਸ ਵੇਲੇ ਹਿੰਦੁਸਤਾਨ ਦਾ ਨਾਂ ਜੇ ਕਿਸੇ ਚੰਗੇ ਕੰਮਾਂ ਕਰਕੇ ਦੁਨੀਆ ਦੇ ਵਿੱਚ ਬਣਿਆ, ਤਾਂ ਮੈਂ ਸਮਝਦਾ ਕਿ ਇਹ ਇਸ ਕਿਰਸਾਨੀ ਲਹਿਰ ਕਰਕੇ ਬਣਿਆ। ਸੋ ਇਹ ਬਹੁਤ ਸਾਡੇ ਵਾਸਤੇ ਇੱਕ ਤਰ੍ਹਾਂ ਦੀ, ਚਾਹੇ ਤੁਸੀਂ ਕੈਨੇਡਾ 'ਚ ਬੈਠੇ ਹੋ, ਚਾਹੇ ਅਮਰੀਕਾ 'ਚ ਬੈਠੇ ਹੋ, ਚਾਹੇ ਅਸੀਂ ਹਿੰਦੁਸਤਾਨ 'ਚ ਬੈਠੇ ਹੋ, ਸਾਡੇ ਸਾਰਿਆਂ ਵਾਸਤੇ ਹੀ ਇਹ ਬੜੀ ਇੱਕ, ਜਿਹਨੂੰ ਕਹਿਣਾ ਚਾਹੀਦਾ ਕਿ ਗਰਵ ਦੀ ਗੱਲ ਹੈ, ਬੜੇ ਇੱਕ ਮਾਣ ਦੀ ਗੱਲ ਹੈ ਕਿ ਹਾਂ, ਅਸੀਂ ਇਸ ਲਹਿਰ ਨੂੰ ਦੇਖਿਆ, ਨੇੜਿਓਂ ਦੇਖਿਆ। ਅਸੀਂ ਇਸ ਲਹਿਰ ਦਾ ਕੁਛ ਹੱਦ ਤੱਕ, ਬਹੁਤ ਹੱਦ ਤੱਕ ਜੇ ਨਾ ਵੀ ਸਹੀ ਤਾਂ ਕੁਛ ਹੱਦ ਤੱਕ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਿੱਸਾ ਵੀ ਬਣਿਆ, ਅਤੇ ਚਾਹੇ ਉਹ ਇਨਡਾਇਰੈਕਟ ਹਿੱਸਾ ਪਾਇਆ ਹੋਵੇ, ਚਾਹੇ ਲਿਖ ਕੇ ਹਿੱਸਾ ਪਾਇਆ ਹੋਵੇ, ਚਾਹੇ ਜਿਸ ਤਰ੍ਹਾਂ ਤੁਸੀਂ ਕੈਨੇਡਾ ਦੇ ਵਿੱਚ ਇਸ ਲਹਿਰ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕੀਤੇ ਨੇ ਉਸ ਰੂਪ 'ਚ ਪਾਇਆ ਹੋਵੇ। ਬਹੁਤ ਸਾਰੇ ਲੋਕਾਂ ਨੇ ਫੰਡਾਂ ਰਾਹੀਂ ਪਾਇਆ, ਬਹੁਤ ਸਾਰੇ ਲੋਕਾਂ ਨੇ ਆਰਥਿਕ ਸਹਾਇਤਾ ਕੀਤੀ ਹੈ। ਮਤਲਬ ਮੇਰਾ ਖਿਆਲ ਹੈ ਕਿ ਸ਼ਾਇਦ ਹੀ ਕੋਈ ਦੁਨੀਆ ਦੇ ਵਿੱਚ ਕਿਤੇ ਵੀ ਬੈਠਾ, ਖਾਸ ਤੌਰ 'ਤੇ ਪੰਜਾਬੀ ਅਜਿਹਾ ਹੋਵੇ ਜਿਹਨੂੰ ਇਸ ਲਹਿਰ ਨਾਲ ਉਨਸ ਮਹਿਸੂਸ ਨਾ ਹੋਵੇ। ਮੇਰਾ ਖਿਆਲ ਹੈ ਕਿ ਇਸ ਲਹਿਰ ਨਾਲ ਲਗਾਅ ਮਹਿਸੂਸ, ਇਹ ਪੂਰੇ ਇੱਥੋਂ ਤੱਕ ਕਿ ਜਿਹੜੇ ਸਾਡੇ ਪਾਰਲੇ ਪੰਜਾਬ ਵਾਲੇ ਨੇ, ਮਤਲਬ ਲਾਹੌਰ 'ਚ ਬੈਠੇ ਨੇ ਜਾਂ ਉੱਧਰਲੇ ਪੰਜਾਬ 'ਚ ਬੈਠੇ ਨੇ, ਉਹਨਾਂ ਨੂੰ ਵੀ ਉਨਸ ਹੈ ਇਸ ਲਹਿਰ ਨਾਲ। ਉਹਨਾਂ ਨੂੰ ਵੀ ਇਸ ਲਹਿਰ 'ਚ ਆਪਣੀ ਲੱਗਦਾ ਕਿ ਸਾਡਾ ਕੁਛ ਹੈ, ਇਹ ਹੈਗਾ ਕਿ ਸਾਡੀ ਕਿਰਸਾਨੀ। ਕਿਉਂਕਿ ਪਗੜੀ ਸੰਭਾਲ ਜੱਟਾ 1907 'ਚ ਲਾਇਲਪੁਰ ਦੇ ਵਿੱਚ, ਜਿਹਨੂੰ ਫੈਸਲਾਬਾਦ ਕਹਿੰਦੇ ਨੇ, ਉੱਥੋਂ ਸ਼ੁਰੂ ਹੋਈ ਸੀ, ਅਤੇ ਪੂਰੇ ਲਾਹੌਰ ਦੇ ਵਿੱਚ ਅਤੇ ਹੋਰ ਸ਼ਹਿਰਾਂ ਦੇ ਵਿੱਚ ਉੱਧਰਲੇ ਇਲਾਕੇ ਜ਼ਿਆਦਾ ਸੀਗੀ। ਸਾਡੇ ਵਾਲੇ ਪਾਸੇ 'ਚੋਂ ਅੰਮ੍ਰਿਤਸਰ ਉਹਦੇ 'ਚ ਸੀਗਾ, ਹੋਰ ਕੁਛ ਸ਼ਹਿਰ ਸੀਗੇ। ਅਤੇ ਉਸ ਲਹਿਰ ਦਾ ਜਿਵੇਂ ਮੁੜਵਾਰ ਹੋਇਆ ਹੁੰਦਾ, ਉਸ ਲਹਿਰ ਤੋਂ ਉਹਨਾਂ ਨੂੰ ਵੀ ਬੜੀ ਸਕੂਨ ਵੀ ਮਿਲਿਆ, ਅਤੇ ਇਹਦੇ ਨਾਲ ਬੜੀ ਉਨਸ ਵੀ ਮਹਿਸੂਸ ਹੁੰਦੀ ਹੈ। ਅਤੇ ਜਿੱਦਾਂ ਸਾਡੇ ਬੜੇ ਗੀਤ ਰਚੇ ਗਏ ਨੇ, ਉੱਧਰਲੇ ਪੰਜਾਬ ਦੇ ਵਿੱਚ ਵੀ ਗੀਤ ਰਚੇ ਨੇ ਲੋਕਾਂ ਨੇ ਇਸ ਲਹਿਰ ਦੇ ਹੱਕ ਦੇ ਵਿੱਚ, ਅਤੇ ਉਹ ਗੀਤ ਵੀ ਇੱਧਰ ਵੀ ਸੁਣੇ ਜਾਂਦੇ ਨੇ ਅਤੇ ਸੁਣ ਰਹੇ ਨੇ। ਅਤੇ ਉੱਥੇ ਵੀ ਯੰਗ ਹਿਸਟੋਰੀਅਨ ਕਲੱਬ ਉੱਥੇ ਲਾਇਲਪੁਰ, ਉਹ ਤਕਰੀਬਨ ਉਹ ਹਰ ਹਫ਼ਤੇ ਇਸ ਲਹਿਰ 'ਤੇ, ਕਿਰਸਾਨੀ ਲਹਿਰ 'ਤੇ ਜਾਂ ਭਗਤ ਸਿੰਘ ਦੀ ਲਹਿਰ 'ਤੇ, ਉਹ ਕੋਈ ਨਾ ਕੋਈ ਪ੍ਰੋਗਰਾਮ ਉੱਧਰ ਵੀ ਲਗਾਤਾਰ ਕਰ ਰਹੇ ਨੇ। ਸੋ ਇਹ ਪਹਿਲੀ ਗੱਲ ਤਾਂ ਮੈਂ ਇਸ ਗੱਲ, ਇਸ ਕਿਰਸਾਨੀ ਲਹਿਰ ਬਾਰੇ ਉਹਨੂੰ ਇਹ ਰੇਖਾਂਕਿਤ ਕਰਕੇ ਇਹ ਗੱਲ ਕਹਿਣੀ ਚਾਹੁੰਦਾ। ਦੂਸਰੀ ਗੱਲ ਜਿਹੜੀ ਇਹਦੇ ਬਾਰੇ ਕਹਿਣੀ ਹੈ ਕਿ ਇਹ ਲਹਿਰ ਇੰਨੀ ਜ਼ਬਰਦਸਤ ਲਹਿਰ ਦਾ ਰੂਪ ਕਿਵੇਂ ਲੈ, ਮਤਲਬ ਇਹ ਇੱਕ ਸਵਾਲ ਹੈ, ਜਾਂ ਕਹਿ ਲਓ ਕਿ ਇਹ ਇੱਕ ਸਾਡੀ ਸਾਰੀ ਜਨਰੇਸ਼ਨ ਹੈ ਜਿਹੜੀ, ਕਾਲੀਆ ਜੀ ਮੈਥੋਂ ਉਮਰ 'ਚ ਵੱਡੇ ਨੇ, ਹੋਰ ਵੀ ਸਾਡੀ ਜਨਰੇਸ਼ਨ ਜਿਹੜੀ ਬੈਠੀ, ਜਾਂ ਮੈਥੋਂ ਵੀ 10 ਸਾਲ ਜਿਹੜੇ ਛੋਟੇ ਹੋਣਗੇ, ਐਂ ਕਹਿ ਲਓ ਕਿ 60 ਤੋਂ 85 ਸਾਲ ਤੱਕ ਦੀ ਉਮਰ ਵਾਲੇ ਜਿਹੜੀ ਸਾਡੀ ਜਨਰੇਸ਼ਨ ਹੈ ਇਸ ਵੇਲੇ, ਜਿਹਨਾਂ ਦੀ ਉਮਰ ਇੰਨੀ ਹੈ,
ਉਹ ਜਨਰੇਸ਼ਨ ਕਿਸੇ ਵੇਲੇ 70ਵਿਆਂ ਦੇ ਵਿੱਚ ਬੜੇ ਉਤਸ਼ਾਹ ਨਾਲ ਸਾਰੇ ਹਿੰਦੁਸਤਾਨ ਦੀਆਂ ਲਹਿਰਾਂ ਦੇ ਵਿੱਚ, ਰੈਡੀਕਲ ਲਹਿਰਾਂ ਦੇ ਵਿੱਚ ਇੱਦਾਂ ਉਹਨਾਂ ਨੂੰ ਉਤਸ਼ਾਹ ਨਾਲ ਜਾਗੀ ਸੀ 20 ਸਾਲਾਂ ਦੀ ਉਮਰ 'ਚ, 25 ਸਾਲਾਂ ਦੀ ਉਮਰ 'ਚ, 18 ਸਾਲ ਦੀ ਉਮਰ 'ਚ, ਕਿ ਉਹਨਾਂ ਨੂੰ ਐਂ ਲੱਗਦਾ ਸੀ ਕਿ ਅਸੀਂ ਇੱਕ ਬੜੇ ਇਹੋ ਜਿਹੇ ਇਤਿਹਾਸਿਕ ਦੌਰ 'ਚ ਪੈਦਾ ਹੋਏ ਹਾਂ ਜਿੱਥੇ ਬੜੀਆਂ ਹੀ ਉਤਸ਼ਾਹਜਨਕ ਲਹਿਰਾਂ ਹੋਈਆਂ ਨੇ। ਲੇਕਿਨ 10 ਸਾਲਾਂ ਬਾਅਦ ਉਹ ਉਤਸ਼ਾਹ ਜਿਹੜਾ ਸੀ ਉਹ ਨਿਰਉਤਸ਼ਾਹ ਦੇ ਵਿੱਚ ਤੇ ਲਹਿਰਾਂ ਦੇ ਜਿਹਨੂੰ ਕਹਿਣਾ ਚਾਹੀਦਾ ਕਿ ਬੈਠਣ ਦੇ ਵਿੱਚ ਸ਼ੁਰੂ ਹੋ ਗਿਆ, ਫੁੱਟਾਂ ਦੇ ਵਿੱਚ ਸ਼ੁਰੂ ਹੋ ਗਿਆ, ਵੰਡਣੀਆਂ ਪੈਣੀਆਂ ਸ਼ੁਰੂ ਹੋ ਗਈਆਂ, ਬਹੁਤ ਕੁਛ ਖੱਬੀ ਲਹਿਰ ਵੰਡੀ ਗਈ। ਇਸ ਕਿਸਮ ਦੀਆਂ ਚੀਜ਼ਾਂ ਹੋਈਆਂ ਕਿ ਜਿਹੜੇ 20-30 ਸਾਲ ਸਾਰੇ ਪਿਛਲੇ ਉਹਦੇ ਲੰਘੇ ਇੱਕ ਜ਼ਿੰਮੇਦਾਰੀ ਦੇ ਤੌਰ ਤੇ ਲੰਘੇ ਕਿ ਰਹਿੰਦੇ ਕੁਛ ਹੋ ਰਿਹਾ ਜਾਂ ਨਹੀਂ ਹੋ ਰਿਹਾ, ਕਿ ਸਾਨੂੰ ਆਪਣੀਆਂ ਨੈਤਿਕ ਜ਼ਿੰਮੇਦਾਰੀਆਂ ਜ਼ਰੂਰ ਨਿਭਾਉਂਦੇ ਰਹਿਣਾ ਚਾਹੀਦਾ। ਇਹ ਜਾਗਰਤੀ ਆਪਣੀਆਂ ਲਿਖਤਾਂ ਰਾਹੀਂ, ਆਪਣੀਆਂ ਐਕਟੀਵਿਟੀਜ਼ ਰਾਹੀਂ ਪੈਦਾ ਕਰਦੇ ਰਹਿਣਾ ਚਾਹੀਦਾ। ਬੇਸ਼ੱਕ ਸਾਡੇ ਉਮਰ ਦੇ ਵਿੱਚ ਕੋਈ ਵੱਡੀ ਲਹਿਰ ਪੈਦਾ ਹੋਵੇ ਜਾਂ ਨਾ ਹੋਵੇ, ਲੇਕਿਨ ਇੱਕ ਆਸ਼ਾਵਾਦ ਦੀ ਜਿਹੜੀ ਜੋਤ ਸੀ ਉਹ ਜਗਾਈ ਰੱਖਣ ਦੇ ਵਿੱਚ ਸਾਡੀ ਜਨਰੇਸ਼ਨ ਕੰਮ ਕਰ ਰਹੀ ਸੀ। ਲੇਕਿਨ ਸਾਡੀ ਜਨਰੇਸ਼ਨ ਨੂੰ ਵੀ ਇਸ ਲਹਿਰ ਨੇ ਇੱਕ ਬਹੁਤ ਵੱਡਾ ਸਕੂਨ ਦਿੱਤਾ ਕਿ ਜਿਹੜੇ ਅਸੀਂ 18-20 ਸਾਲ ਦੀ ਉਮਰ ਦੇ ਵਿੱਚ ਜੋ ਸੁਪਨੇ ਦੇਖੇ ਸੀ, ਜੋ ਸਾਡਾ ਅੰਦਰ ਕੁਝ ਜਾਗਿਆ ਸੀ, ਤੇ ਉਹ ਇੰਝ ਲੱਗਦਾ ਕਿ ਹੁਣ ਇਸ ਵੇਲੇ ਉਹ ਸਾਕਾਰ ਰੂਪ ਦੇ ਵਿੱਚ ਸਾਹਮਣੇ ਆ ਰਿਹਾ। ਤੇ ਮੈਂ ਸਮਝਦਾ ਕਿ ਇਸ ਗੱਲ ਦੇ ਵਿੱਚ ਜੇ ਹੁਣ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਕੀ ਇਹ ਸਾਰਾ ਕੁਝ ਅਚਾਨਕ ਹੋ ਗਿਆ, ਕੀ ਇਹ ਕੋਈ ਜਾਦੂ ਨਾਲ ਹੋ ਗਿਆ, ਤੇ ਮੈਂ ਸਮਝਦਾ ਨਾ ਇਹ ਅਚਾਨਕ ਹੋਇਆ, ਨਾ ਇਹ ਜਾਦੂ ਨਾਲ ਹੋਇਆ। ਜਿਹੜਾ ਪਿਛਲੇ 40-50 ਸਾਲਾਂ ਤੋਂ ਖੱਬੇ ਪੱਖੀ ਲਹਿਰ ਕਹਿ ਲਓ ਜਾਂ ਜਮਹੂਰੀ ਲਹਿਰ ਕਹਿ ਲਓ, ਜਾਂ ਫਿਰ ਉਹਦੇ 'ਚ ਵਿਚਾਰਧਾਰਕ ਰੂਪ ਕਹਿ ਲਓ, ਤਾਂ ਉਹ ਵਿਚਾਰਧਾਰਕ ਰੂਪ ਮੈਂ ਸਮਝਦਾ ਕਿ ਜਿਹੜਾ ਭਗਤ ਸਿੰਘ ਦੇ ਵਿਚਾਰ ਸੀ, ਜਾਂ ਭਗਤ ਸਿੰਘ ਦੀ ਵਿਚਾਰਧਾਰਾ ਸੀ, ਜਾਂ ਭਗਤ ਸਿੰਘ ਜਿਸ ਵਿਚਾਰਧਾਰਾ ਨਾਲ ਜੁੜਿਆ ਸੀ, ਉਸ ਵਿਚਾਰਧਾਰਾ ਦਾ ਡੂੰਘਾ ਪ੍ਰਭਾਵ ਇਸ ਲਹਿਰ ਤੇ ਪਿਆ। ਮਤਲਬ ਇਹ ਗੱਲ ਦੇ ਜਿਹੜੇ ਸੰਕੇਤ ਨੇ, ਜਾਂ ਇਸ ਗੱਲ ਦੇ ਜਿਹੜੇ ਤੁਹਾਨੂੰ ਜ਼ਿਆਦਾ ਪ੍ਰਮਾਣ ਮਿਲਦੇ ਨੇ, ਉਹ ਇਹ ਹੈ ਕਿ ਪਹਿਲੇ ਦਿਨ ਤੋਂ ਹੀ ਤੁਸੀਂ ਇਸ ਲਹਿਰ ਦੀਆਂ ਚਾਹੇ ਤਾਂ 32 ਜਥੇਬੰਦੀਆਂ ਦੇਖ ਲਓ ਪੰਜਾਬ ਦੀਆਂ, ਚਾਹੇ ਪੰਜਾਬ ਦੀਆਂ 32 ਤੋਂ ਬਾਹਰਲੀਆਂ 2 ਜਥੇਬੰਦੀਆਂ ਹੋਰ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੇ ਭਾਰਤੀ ਕਿਸਾਨ ਯੂਨੀਅਨ ਅਸਥਾਨ ਪੰਨੂ ਵਾਲੇ ਕਿਰਤੀ ਕਿਸਾਨ ਮਜ਼ਦੂਰ ਏਕਤਾ ਸਮਿਤੀ ਵਗੈਰਾ, ਜਾਂ 400 ਜਥੇਬੰਦੀਆਂ ਦੇਖ ਲਓ ਜਿਹਨਾਂ ਜਿਹੜਾ ਵੱਡਾ ਮੋਰਚਾ 400 ਤੋਂ ਵੱਧ ਜਥੇਬੰਦੀਆਂ ਦਾ, ਉਹਨਾਂ ਸਾਰੇ ਜਥੇਬੰਦੀਆਂ ਦਾ ਖਾਸ ਤੌਰ ਤੇ ਪੰਜਾਬ, ਹਰਿਆਣੇ ਤੇ ਪੱਛਮੀ ਯੂਪੀ ਵਾਲੇ ਇਲਾਕੇ ਨੇ ਜਥੇਬੰਦੀਆਂ ਦਾ, ਤੇ ਖਾਸ ਤੌਰ ਤੇ ਮਹਾਰਾਸ਼ਟਰ ਤੇ ਰਾਜਸਥਾਨ ਦੀਆਂ ਵੀ ਕਿਸਾਨ ਜਥੇਬੰਦੀਆਂ ਦਾ, ਭਗਤ ਸਿੰਘ ਨੂੰ ਇੱਕ ਵਿਚਾਰ ਦੇ ਤੌਰ ਤੇ ਉਹਨਾਂ ਨੇ ਪਿਛਲੇ ਕਈ ਸਾਲਾਂ ਤੋਂ ਕੇਂਦਰ ਦੇ ਵਿੱਚ ਰੱਖਿਆ। ਉਹ ਕੇਂਦਰ ਦੇ ਵਿੱਚ ਰੱਖ ਕੇ ਕਿ ਭਗਤ ਸਿੰਘ ਨੂੰ, ਜਿਹਨੂੰ ਕਹਿ ਲਓ ਕਿ 1970 ਤੋਂ ਪਹਿਲਾਂ ਜਾਂ 1980 ਤੋਂ ਪਹਿਲਾਂ ਇੱਕ ਸਿਰਫ ਰੋਮਾਂਟਿਕ ਇਨਕਲਾਬੀ ਜਾਂ ਇੱਕ ਬੜਾ ਬੇਖੌਫ ਇਨਕਲਾਬੀ ਜਿਹਨੇ ਅੰਗਰੇਜ਼ਾਂ ਨੂੰ ਡਰਾਤਾ, ਜਿਹਨੇ ਮਤਲਬ ਅੰਗਰੇਜ਼ਾਂ ਦੀ ਦਹਿਸ਼ਤ ਖਤਮ ਕਰਤੀ, ਇਸ ਕਿਸਮ ਦੇ ਸੀਮਿਤ ਇਮੇਜ ਹੀ ਦੇਖਿਆ ਜਾਂਦਾ ਸੀਗਾ। ਲੇਕਿਨ ਉਸ ਭਗਤ ਸਿੰਘ ਦੇ ਵਿਚਾਰ ਜਿਹੜੇ ਭਗਤ ਸਿੰਘ ਦੀ ਜ਼ਿੰਦਗੀ ਵੇਲੇ ਵੀ ਉਹਦੀ ਜ਼ਿੰਦਗੀ 'ਚ ਵੀ ਛਪਦੇ ਰਹੇ ਸੀ। ਮਤਲਬ ਇਹ ਵੀ ਬੜੀ ਕਈਆਂ ਲੋਕਾਂ ਨੂੰ ਹੈਰਾਨਕੁਨ ਗੱਲ ਲੱਗੂਗੀ ਕਿ 23 ਸਾਲ ਦੀ ਉਮਰ 'ਚ ਤੁਰ ਜਾਣ ਵਾਲਾ ਜਿਹੜਾ ਸਾਡਾ ਸਭ ਤੋਂ ਖੂਬਸੂਰਤ ਨੌਜਵਾਨ ਸੀ, ਉਹ 23 ਸਾਲ ਦੀ ਉਮਰ ਤੋਂ ਪਹਿਲਾਂ ਹੀ ਉਹਦੇ ਜਿਉਂਦੇ ਜੀ ਉਹਦੀਆਂ ਰਚਨਾਵਾਂ ਛਾਪ ਦੇ ਵਿੱਚ ਆਉਂਦੀਆਂ ਰਹੀਆਂ ਸੀ, ਪ੍ਰਿੰਟ ਦੇ ਵਿੱਚ ਆਉਂਦੀਆਂ ਰਹੀਆਂ ਸੀ। ਔਰ 1923 ਦੇ ਵਿੱਚ ਜਦੋਂ ਉਹਨੇ ਆਪਣਾ ਪਹਿਲਾ ਲੇਖ ਪੰਜਾਬ ਦੀ ਭਾਸ਼ਾ ਤੇ ਲਿਪੀ ਦੀ ਸਮੱਸਿਆ, ਹਿੰਦੀ 'ਚ ਲਿਖਿਆ ਪੰਜਾਬ ਦੀ ਭਾਸ਼ਾ ਔਰ ਲਿਪੀ ਦੀ ਸਮੱਸਿਆ, ਬੇਸ਼ੱਕ ਉਹ ਛਪਿਆ 1933 ਦੇ ਵਿੱਚ ਜਾ ਕੇ, ਲੇਕਿਨ ਇਹ ਅਛੂਤ ਸਮੱਸਿਆ ਵਰਗੇ ਲੇਖ ਜਾਂ ਫਿਰ ਦੰਗੇ ਤੇ ਉਹਨਾਂ ਦਾ ਇਲਾਜ ਜਾਂ ਮਜ਼ਹਬ ਅਤੇ ਸਾਡੀ ਆਜ਼ਾਦੀ ਦੀ ਜੰਗ, ਇਹ ਸਾਰੇ ਲੇਖ ਬੇਸ਼ੱਕ ਉਹਦੇ ਨਾਂ ਥੱਲੇ ਨਹੀਂ ਸੀ ਛਪਦੇ। ਉਹ ਨਾਂ ਤੇ ਕੋਈ ਵਿਦਰੋਹੀ ਦੇ ਨਾਂ ਤੇ ਛਪਦੇ ਸੀ, ਕੋਈ ਬਲਵੰਤ ਦੇ ਨਾਂ ਤੇ ਛਪਦੇ ਸੀ, ਕਿਸੇ ਫਿਕਟੀਸ਼ੀਅਸ ਨਾਂ ਤੇ ਛਪਦੇ ਸੀ, ਪਰ ਉਹਦੀ ਜ਼ਿੰਦਗੀ ਦੇ ਦੌਰਾਨ ਛਪਦੇ ਸੀ। ਆਪ ਉਹ ਕਿਰਤੀ ਦੇ ਸੰਪਾਦਕੀ ਮੰਡਲ ਦੇ ਵਿੱਚ ਸੀਗਾ ਤੇ ਕਿਰਤੀ ਦੇ ਵਿੱਚ ਹੀ ਉਹਦੇ ਇਹ ਜਿਹੜੇ ਲੇਖ ਨੇ ਇਹ ਬਹੁਤੇ ਛਪੇ ਨੇ, ਅਛੂਤ ਸਮੱਸਿਆ ਵੀ, ਫਿਰਕੂ ਦੰਗੇ ਤੇ ਉਹਨਾਂ ਦਾ ਇਲਾਜ ਵੀ, ਤੇ ਮਜ਼ਹਬ ਤੇ ਸਾਡੀ ਆਜ਼ਾਦੀ ਦੀ ਜੰਗ ਵੀ,
इस किस्म के जिहड़े लेख जिहड़े सी ओह उस वेले छपदे रहे। पर ਉਹਦੀ ਜਿਹੜੀ ਸ਼ਖਸੀਅਤ ਦਾ ਇਹ ਰੂਪ ਸੀ, ਉਹ ਸ਼ਖਸੀਅਤ ਦੇ ਰੂਪ ਨੂੰ ਪਛਾਣਨ 'ਚ ਬੜੀ ਦੇਰ ਕੀਤੀ ਗਈ। ਉਹਨੂੰ ਉਹ ਇੱਕ ਬਹੁਤ ਚਿੰਤਕ ਇਨਕਲਾਬੀ ਦੇ ਰੂਪ ਦੇ ਵਿੱਚ ਜਾਂ ਇੱਕ ਵਿਚਾਰਵਾਨ ਇਨਕਲਾਬੀ ਦੇ ਰੂਪ ਦੇ ਵਿੱਚ ਨਾ ਦੇਖ ਕੇ ਇੱਕ ਬੜੇ ਬੇਖੌਫ ਦੇਸ਼ ਭਗਤ, ਜਿਹਨੂੰ ਮਤਲਬ ਨੈਸ਼ਨਲਿਜ਼ਮ ਦੀ ਇੰਨੀ ਪੁੱਠ ਚਾੜ੍ਹਤੀ ਸੀਗੀ ਕਿ ਉਹਨੂੰ ਸਿਵਾਏ ਨੈਸ਼ਨਲਿਜ਼ਮ ਤੋਂ ਉਹ ਪਾਸੇ ਕਰਕੇ ਦੇਖਿਆ ਨਹੀਂ ਸੀ ਜਾ ਰਿਹਾ। ਲੇਕਿਨ ਉਹਦੀਆਂ ਰਚਨਾਵਾਂ ਨੂੰ ਜਦੋਂ ਕਿਤਾਬੀ ਰੂਪ ਮਿਲਣਾ ਸ਼ੁਰੂ ਹੋਇਆ, ਔਰ ਸਭ ਤੋਂ ਪਹਿਲਾਂ ਕਿਤਾਬੀ ਰੂਪ ਅਮਰਜੀਤ ਚੰਦਨ ਨੇ ਦਿੱਤਾ। ਪੰਜਾਬੀ ਦੇ ਵਿੱਚ ਲਿਖਤਾਂ ਨਾਂ ਦੀ ਇੱਕ ਛੋਟੀ ਜਿਹੀ ਕਿਤਾਬ ਕੱਢ ਕੇ ਬਲਰਾਜ ਸਾਹਨੀ ਪ੍ਰਕਾਸ਼ਨ ਵੱਲੋਂ ਗੁਰਸ਼ਰਨ ਭਾਜੀ ਨੇ ਛਾਪੀ ਸੀ 1974 ਦੇ ਵਿੱਚ। ਮੇਰੇ ਕੋਲ ਹਲੇ ਵੀ ਉਹਦੀ ਕਾਪੀ ਹੈਗੀ ਹੈ। ਉਹਦੇ ਵਿੱਚ 28-29 ਭਗਤ ਸਿੰਘ ਦੇ ਖੱਤ ਤੇ ਹੋਰ ਚੀਜ਼ਾਂ ਜਿਹੜੀਆਂ ਸੀ, ਮੈਂ ਨਾਸਤਕ ਕਿਉਂ ਹਾਂ ਵਰਗੇ ਲੇਖ ਵੀ ਉਹ ਚੰਦਨ ਨੇ ਕਲੈਕਟ ਕੀਤੇ। ਹਾਲਾਂਕਿ ਉਹਨੇ ਆਪਣੇ ਨਾਂ ਤੇ ਨਹੀਂ ਸੀ ਉਹਨੂੰ ਸੰਪਾਦਿਤ ਕੀਤਾ, ਲੇਕਿਨ ਉਹ ਚੰਦਨ ਦੀ ਹੀ ਸੰਪਾਦਿਤ ਕੀਤੀ ਸੀ। ਤੇ 1977 ਦੇ ਵਿੱਚ ਸ਼ਹੀਦ ਭਗਤ ਸਿੰਘ ਦੀ ਭਤੀਜੀ ਵਰਿੰਦਰ ਸੰਧੂ, ਜਿਨ੍ਹਾਂ ਦੀ ਵੱਡੀ ਭੈਣ ਇੰਦਰਜੀਤ ਕੌਰ ਸੰਧੂ ਉੱਥੇ ਟੋਰਾਂਟੋ ਰਹਿੰਦੇ ਨੇ ਤੁਹਾਡੇ ਕੋਲੇ, ਤੇ ਉਹਨਾਂ ਨੇ ਪੱਤਰ ਔਰ ਦਸਤਾਵੇਜ਼ ਸ਼ੀਰਸ਼ਕ ਥੱਲੇ ਰਾਜਪਾਲ ਐਂਡ ਸੰਸ ਤੋਂ ਛਾਪੀ 1977 ਦੇ ਵਿੱਚ, ਜਿਹੜੀ ਅੱਜ ਵੀ ਬੜੀ ਮਕਬੂਲ ਹੈ। ਤੇ ਇਹਨਾਂ ਚੀਜ਼ਾਂ ਰਾਹੀਂ ਤੇ ਫਿਰ ਜਗਮੋਹਨ ਸਿੰਘ ਹੋਰਾਂ ਨੇ ਜੋ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਦਸਤਾਵੇਜ਼ 84 ਦੇ ਵਿੱਚ ਛਾਪੇ। ਉਸ ਤੋਂ ਬਾਅਦ ਤੇ ਜਦੋਂ ਪ੍ਰੋਫੈਸਰ ਵਿਪਿਨ ਚੰਦਰਾ ਨੇ 77-78 ਦੇ ਵਿੱਚ ਹੀ ਵਾਇਆਮੈਨ ਐਥੀਸਟ ਨੂੰ ਆਪਣੀ ਇੰਟਰੋਡਕਸ਼ਨ ਨਾਲ ਲੋਕਾਂ ਦੇ ਸਾਹਮਣੇ ਲਿਆਂਦਾ, ਤਾਂ ਅਕੈਡਮੀਆਂ ਨੂੰ ਵੀ ਇਹ ਮੰਨਣਾ ਪਿਆ ਕਿ ਭਗਤ ਸਿੰਘ ਬਹੁਤ ਵੱਡਾ ਸੋਸ਼ਲਿਸਟ ਥਿੰਕਰ ਸੀ ਤੇ ਇੱਕ ਓਰੀਜਨਲ ਥਿੰਕਰ ਸੀ, ਸੋਸ਼ਲਿਸਟ ਥਿੰਕਰ ਸੀ। ਔਰ ਉਹਦੇ ਵਿਚਾਰ ਇੰਨੇ ਤਾਕਤਵਰ ਨੇ, ਇੰਨੇ ਪਰਪੱਕ ਨੇ ਕਿ ਉਹਦੇ ਵਿਚਾਰਾਂ ਤੇ ਚੱਲ ਕੇ ਹੀ ਦੇਖੋ, ਮੈਂ ਇੱਕ ਗੱਲ ਇੱਥੇ ਕਹਿਣੀ ਚਾਹੁੰਦਾ ਕਿ ਚਾਹੇ ਮਾਰਕਸਿਜ਼ਮ ਲੈਨਿਨਿਜ਼ਮ ਤੋਂ ਕੋਈ ਵੀ ਪ੍ਰਭਾਵਿਤ ਹੋਵੇ, ਕਿਸੇ ਵੀ ਮੁਲਕ ਪ੍ਰਭਾਵਿਤ ਹੋਵੇ, ਹੋਚੀਮਿਨ ਵੀ ਪ੍ਰਭਾਵਿਤ ਸੀ, ਕਿਊਬਾ ਦੇ ਵਿੱਚ ਕਾਸਟਰੋ ਵੀ ਪ੍ਰਭਾਵਿਤ ਸੀ, ਲੈਨਨ ਵੀ ਪ੍ਰਭਾਵਿਤ ਸੀ ਰੂਸ 'ਚ, ਲੇਕਿਨ ਹਰ ਮੁਲਕ ਦੀ ਆਪਣੀ ਇੱਕ ਜਿਹੜੀ ਸੱਭਿਆਚਾਰਕ ਹੁੰਦੀ ਹੈ ਹੋਂਦ, ਉਹਦੇ 'ਚ ਜਿਹੜੇ ਉੱਥੋਂ ਦੇ ਆਪਣੇ ਲੋਕਲ ਜਿਹੜੇ ਹੀਰੋ ਨੇ ਨਾ, ਉਹ ਜਜ਼ਬਾਤੀ ਤੌਰ 'ਤੇ ਜ਼ਿਆਦਾ ਅਸਰ ਕਰਦੇ ਨੇ। ਉਹ ਚਾਹੇ ਹੋਚੀਮਿਨ ਸੀ, ਚਾਹੇ ਸ਼ੇ ਗੁਵੇਰਾ ਸੀ ਕਿਊਬਾ ਦੇ ਵਿੱਚ, ਚਾਹੇ ਕਾਸਟਰੋ ਸੀ, ਉਹਨਾਂ ਨੂੰ ਆਪਣਾ ਜਿਹੜਾ ਸੀ ਹੋਜ਼ੇ ਮਾਰਤੀ, ਉਹਨੂੰ ਆਪਣਾ ਉਹਨਾਂ ਨੇ ਹੀਰੋ ਮੰਨ ਕੇ ਫਿਰ ਉਸ ਤੋਂ ਅੱਗੇ ਮਾਰਕਸ ਲੈਨਿਨ ਦਾ ਅਸਰ ਕਬੂਲ ਕੀਤਾ। ਜਾਂ ਲੈਟਿਨ ਅਮਰੀਕਾ ਦੇ ਵਿੱਚ ਵੈਨਜ਼ੂਏਲਾ ਦੇ ਵਿੱਚ ਬੋਲੀਵਾਰ ਨੂੰ ਆਪਣਾ ਹੀਰੋ ਮੰਨ ਕੇ ਉਸ ਤੋਂ ਬਾਅਦ ਸ਼ਾਵੇਜ਼ ਵਗੈਰਾ ਦਾ ਅਸਰ ਕਬੂਲ ਹੋਣਾ ਸ਼ੁਰੂ ਹੋਇਆ। ਤੇ ਸਾਡੇ ਮੁਲਕ ਵਿੱਚ ਵੀ ਜਿਹੜੀ ਸਾਡੀ ਕਮਿਊਨਿਸਟ ਲਹਿਰ ਤੋਂ ਵੀ ਥੋੜ੍ਹੀ ਜਿਹੀ ਗਲਤੀ ਹੋਈ ਹੈ, ਜਾਂ ਖੱਬੇ ਲਹਿਰ ਤੋਂ ਵੀ ਗਲਤੀ ਹੋਈ ਹੈ ਕਿ ਅਸੀਂ ਮਾਰਕਸ ਲੈਨਿਨ ਦੀਆਂ ਗੱਲਾਂ ਤਾਂ ਬਹੁਤ ਕਰਦੇ ਰਹੇ, ਲੇਕਿਨ ਸਾਡੇ ਆਪਣੇ ਹੀ ਜਿਹੜੀ ਪਰੰਪਰਾ ਦੇ ਵਿੱਚ ਭਗਤ ਸਿੰਘ ਦਾ ਇੱਕ ਓਰੀਜਨਲ ਸੋਸ਼ਲਿਸਟ ਥਿੰਕਰ ਦਾ ਰੂਪ ਪਿਆ ਸੀ, ਉਹਨੂੰ ਅਸੀਂ ਇੱਕ ਬਹੁਤ ਛੁਟਿਆਉਂਦੇ ਰਹੇ ਤੇ ਇਸ ਕਰਕੇ ਸਾਡੀਆਂ ਲੋਕ ਲਹਿਰਾਂ ਵੀ ਬਹੁਤ ਵੱਡੀਆਂ ਨਹੀਂ ਹੋ ਸਕੀਆਂ। ਕਿਰਸਾਨੀ ਲਹਿਰ ਜਿਹੜੀ ਐਡੀ ਜ਼ਬਰਦਸਤ ਰੂਪ ਦੇ ਵਿੱਚ ਅੱਜ ਸਾਹਮਣੇ ਆਈ ਹੈ, ਉਹ ਇਸ ਕਰਕੇ ਆਈ ਹੈ ਕਿ ਉਹਨੇ ਭਗਤ ਸਿੰਘ ਦੇ ਜਿਹੜੇ ਵਿਚਾਰ ਸੀਗੇ, ਸੋਸ਼ਲਿਸਟ ਵਿਚਾਰ, ਉਹਦਾ ਜਿਹੜਾ ਮਾਰਕਸਿਜ਼ਮ ਭਗਤ ਸਿੰਘ ਦੇ ਰੂਪ ਦੇ ਵਿੱਚ ਪੇਸ਼ ਹੋਇਆ ਸੀਗਾ, ਉਹ ਭਗਤ ਸਿੰਘ ਦੇ ਰੂਪ ਦੇ ਵਿੱਚ ਜਿਹੜਾ ਜਜ਼ਬਾਤੀ ਤੌਰ 'ਤੇ ਉਹਨੇ, ਤੇ ਜਜ਼ਬਾਤੀ ਤੇ ਬੌਧਿਕ ਦੋਹਾਂ ਤੌਰ 'ਤੇ ਉਹਨੇ ਤਾਰਕਿਕ, ਬੌਧਿਕ ਤੇ ਜਜ਼ਬਾਤੀ ਤਿੰਨਾਂ ਤਰੀਕੇ ਨਾਲ ਉਹਨੂੰ ਪ੍ਰਭਾਵਿਤ ਕੀਤਾ, ਤਾਂ ਜਾ ਕੇ ਏਡੀ ਵੱਡੀ ਲਹਿਰ ਪੈਦਾ ਹੋਈ ਹੈ। ਲੈਟਰ ਟੂ ਯੰਗ ਪੋਲੀਟੀਕਲ ਵਰਕਰ ਦੇ ਵਿੱਚ 2 ਫਰਵਰੀ 1931 ਨੂੰ ਜਿਹੜਾ ਭਗਤ ਸਿੰਘ ਨੇ ਲਿਖਿਆ, ਜਿਹੜਾ ਪੂਰਾ ਹਿੰਦੁਸਤਾਨੀ ਇਨਕਲਾਬ ਦਾ ਇੱਕ ਪ੍ਰੋਗਰਾਮ ਦੀ ਰੂਪਰੇਖਾ ਹੀ ਹੈ, ਔਰ ਉਹ ਕਾਫੀ ਵੱਡਾ ਲੈਟਰ ਹੈ, 15 ਲੈਟਰ ਦਾ। ਉਹਦੇ 'ਚ ਪੂਰੇ ਕਮਿਊਨਿਸਟ ਪਾਰਟੀ ਬਣਨੀ ਕਿਵੇਂ ਚਾਹੀਦੀ ਹੈ, ਜਥੇਬੰਦੀਆਂ ਬਣਨੀਆਂ ਕਿਵੇਂ ਚਾਹੀਦੀਆਂ ਨੇ, ਉਹਦੇ 'ਚ ਉਹਨੇ ਸਾਫ਼ ਤੌਰ 'ਤੇ ਮਜ਼ਦੂਰਾਂ ਤੇ ਕਿਸਾਨਾਂ 'ਤੇ ਉਹਦੀ ਟੇਕ ਰੱਖ ਕੇ ਕਿਹਾ ਕਿ ਇਹ ਜਿਹੜੇ ਕਿਸਾਨ ਨੇ ਹਿੰਦੁਸਤਾਨ ਦੇ, ਇਹ ਤੁਹਾਡੇ ਕਿਸੇ ਭੁਲੇਖੇ 'ਚ ਆਉਣ ਵਾਲੇ ਨਹੀਂ ਹੈਗੇ, ਇਹ ਬੜੇ ਰੀਅਲਿਸਟ ਨੇ। ਇਹਨਾਂ ਨੂੰ ਇਸ ਗੱਲ ਨਾਲ ਫਰਕ ਨਹੀਂ ਪੈਂਦਾ ਕਿ ਤੁਹਾਡਾ ਵਾਇਸਰਾਏ ਲਾਰਡ ਰਿਪਨ ਹੈ ਜਾਂ ਲਾਰਡ ਇਰਵਨ ਹੈ, ਜਾਂ ਕੱਲ੍ਹ ਨੂੰ ਤੇਜ ਬਹਾਦਰ ਸਬਰੂ ਬਣ ਜਾਂਦਾ, ਜਾਂ ਤੁਹਾਡੇ ਹੁਣ ਜਿਵੇਂ ਮੋਦੀ ਬਣਿਆ ਹੋਇਆ, ਜਾਂ ਉਦੋਂ ਪਹਿਲਾਂ ਹੋਰ ਬਥੇਰੇ ਪ੍ਰਧਾਨ ਮੰਤਰੀ ਰਹੇ ਨੇ, ਉਹਨਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ। ਉਹ ਤਾਂ ਰੀਅਲਿਜ਼ਮ 'ਤੇ ਜਾਣਗੇ, ਉਹ ਦੇਖਣਗੇ ਯਥਾਰਥਕ ਤੌਰ 'ਤੇ ਉਹਨਾਂ ਨੂੰ ਕਿਸ ਗੱਲ ਦੇ ਵਿੱਚ ਲਾਭ ਹੁੰਦਾ। ਲਾਭ ਇਨ ਦਾ ਸੈਂਸ, ਨਾਟ ਇਨ ਦਾ ਸੈਂਸ ਕਿ ਕੋਈ ਵਪਾਰਕ ਲਾਭ ਦੇ ਸੈਂਸ ਦੇ ਵਿੱਚ, ਕਿ ਉਹਨਾਂ ਦੇ ਜਿਹੜੇ ਹਿੱਤ ਨੇ ਉਹ ਕੌਣ ਠੀਕ ਤਰੀਕੇ ਨਾਲ ਦੇਖੂਗਾ। ਤੇ ਉਹ ਗੱਲ, ਇਸ ਲਹਿਰ ਨੇ ਉਹ ਗੱਲ ਨੂੰ ਬਿਲਕੁਲ ਕੇਂਦਰ ਦੇ ਵਿੱਚ ਲਿਆਂਦਾ
कि साडे जिहड़े किरसानी दे हित ने वो 3 खेती कानूनां नूं उन्हां ने समझ लिया। सब तो वड्डी इस किरसानी लहर दी एक खूबसूरत गल ये है कि ਉਹਨੇ इस 3 कानूनां नूं जिन्नी चंगी तरह समझिया ਉਸੇ ਤਰੀਕੇ ਨਾਲ ਹੀ ਜਿਸ ਤਰ੍ਹਾਂ 1907 ਦੇ ਵਿੱਚ ਪਗੜੀ ਸੰਭਾਲ ਜੱਟਾਂ ਲਹਿਰ ਵੇਲੇ ਉਸ ਵੇਲੇ ਵੀ 3 ਕਿਸਾਨ ਵਿਰੋਧੀ ਕਾਨੂੰਨ ਸੀਗੇ, ਹੁਣ ਵੀ 3 ਕਿਸਾਨ ਵਿਰੋਧੀ ਕਾਨੂੰਨ ਹੈ। ਉਸ ਵੇਲੇ ਦੀ ਕਿਰਸਾਨੀ ਲਹਿਰ ਨੇ ਵੀ ਉਹਨਾਂ 3 ਕਾਨੂੰਨਾਂ ਨੂੰ ਬੜੀ ਚੰਗੀ ਤਰ੍ਹਾਂ ਘੋਖ ਸਮਝ ਕੇ ਉਹਦੀ ਬੌਧਿਕ ਤੌਰ 'ਤੇ ਉਹਦੀ ਸਮਝ ਕੇ ਵਿਆਖਿਆ ਕੀਤੀ ਸੀ ਤੇ ਇਸ ਕਰਕੇ ਕੋਈ ਵੀ ਸਰਕਾਰ ਉਹਨਾਂ ਨੂੰ ਪੁਚਲਾ ਨਹੀਂ ਸਕਦੀ, ਭਰਮਾ ਨਹੀਂ ਸਕਦੀ। ਮੋਦੀ ਸਰਕਾਰ ਨੇ ਉਹਦਾ ਟਿੱਲ ਲਾ ਲਿਆ ਇਹ ਕਹਿਣ ਨੂੰ ਕਿ ਇਹ ਤਾਂ ਸਾਰੇ ਤੁਹਾਡੇ ਕਿਸਾਨ ਦੇ ਹਿੱਤ 'ਚ ਨੇ, ਤੁਸੀਂ ਕਿਉਂ ਗਲਤ ਪਾਸੇ ਤੁਰੇ ਹੋਏ ਹੋ, ਤੁਹਾਨੂੰ ਤੁਹਾਡੇ ਹਿੱਤ ਤੁਹਾਡੇ ਹਿੱਤ ਨੇ। ਉਹ ਕਹਿੰਦੇ ਤੂੰ ਸਾਡੇ ਹਿੱਤ ਦੱਸਣ ਵਾਲਾ ਕੌਣ ਹੈ? ਸਾਨੂੰ ਆਪਦੇ ਹਿੱਤਾਂ ਦਾ ਆਪ ਨੂੰ ਪਤਾ, ਤੂੰ ਨਹੀਂ ਸਾਨੂੰ ਦੱਸਣ ਵਾਲਾ, ਤੂੰ ਹੁੰਦਾ ਕੌਣ ਹੈ ਸਾਨੂੰ ਦੱਸਣ ਵਾਲਾ? ਅਸੀਂ ਕਿਸਾਨ ਹਾਂ, ਅਸੀਂ ਕਿਰਸਾਨੀ ਕਰਦੇ ਹਾਂ, ਸਾਨੂੰ ਪਤਾ ਕਿ ਸਾਡੀ ਕਿਰਸਾਨੀ ਦੇ ਵਿੱਚ ਕਿਹੜੀ ਚੀਜ਼ ਸਾਡੇ ਹਿੱਤ 'ਚ ਤੇ ਕਿਹੜੀ ਚੀਜ਼ ਸਾਡੇ ਖਿਲਾਫ। ਤੇ ਸਾਨੂੰ ਪਤਾ ਕਿ ਜਿਹੜੇ ਤੂੰ ਕਰ ਰਿਹਾ ਹੈਗਾ ਇਹ ਅਡਾਣੀਆਂ ਅਬਾਣੀਆਂ ਵਾਸਤੇ ਕਰ ਰਿਹਾ। ਇਹ ਤੂੰ ਸਾਡੀ ਜ਼ਮੀਨ ਤਾਂ ਪਹਿਲਾਂ ਅੰਗਰੇਜ਼ ਖੋਹਣੀ ਚਾਹੁੰਦੇ ਸੀਗੇ, ਹੁਣ ਤੂੰ ਖੋਹਣੀ ਚਾਹੁੰਦਾ, ਤੂੰ ਖੋਹ ਕੇ ਉਹ ਅਡਾਣੀਆਂ ਅਬਾਣੀਆਂ ਨੂੰ ਦੇਣੀ ਚਾਹੁੰਦਾ ਜ਼ਮੀਨ ਤੇ ਸਾਡਾ ਤੂੰ ਚਕਨਾਚੂਰ ਕਰ ਦੇਣਾ ਚਾਹੁੰਦਾ। ਮਤਲਬ ਉਹ ਸਾਫ਼ ਹੀ ਕਹਿੰਦੇ ਨੇ ਕਿ ਇੰਨੇ ਸਾਲ ਹੋ ਗਏ ਤੂੰ ਸਾਨੂੰ, ਚਾਹੇ ਪਿਛਲੀ ਸਰਕਾਰਾਂ ਸੀ ਚਾਹੇ ਇਹ ਸਰਕਾਰਾਂ ਨੇ, ਸਾਨੂੰ ਹਮੇਸ਼ਾ ਭਰਮਾਉਂਦੀਆਂ ਨੇ ਕਿ MSC ਮਿਨੀਮਮ ਸਪੋਰਟ ਪ੍ਰਾਈਸ ਦੇਵਾਂਗੇ, ਅਸੀਂ ਸਭ ਤੋਂ ਜਿਹੜੀ ਘੱਟ ਤੋਂ ਘੱਟ ਕੀਮਤ ਹੈ ਤੁਹਾਨੂੰ ਦੇਵਾਂਗੇ। ਔਰ ਸਵਾਮੀਨਾਥਨ ਕਮੇਟੀ ਨੇ ਸਾਫ਼ ਤੌਰ 'ਤੇ ਕਿਹਾ ਹੋਇਆ ਕਿ ਜਿੰਨਾ ਕਿਰਸਾਨੀ ਦਾ ਆਪਣੀ ਉਪਜ ਵਾਸਤੇ ਉਹਦੇ 'ਤੇ ਖਰਚਾ ਕਰਦੀ ਹੈ ਉਹ ਸਾਰੇ ਖਰਚੇ ਮਿਲਾ ਕੇ ਉਹਦੇ 'ਚ ਉਹਨੂੰ 50% ਮੁਨਾਫਾ ਜੋੜ ਕੇ ਉਹ ਤੁਹਾਡੀ ਮਿਨੀਮਮ ਸਪੋਰਟ ਪ੍ਰਾਈਸ ਦੇਣੀ ਚਾਹੀਦੀ ਹੈ। ਔਰ ਇਹ ਗੱਲ ਇੱਕ ਬੜੀ ਇਨਕਲਾਬੀ ਤੌਰ 'ਤੇ ਇਹਨੂੰ ਕਹਿਣਾ ਚਾਹੀਦਾ ਕਿ ਇੱਕ ਇਹੋ ਜਿਹੀ ਡਿਮਾਂਡ ਹੈ ਜਿਹੜੀ ਨਾ ਸਿਰਫ ਹਿੰਦੁਸਤਾਨ ਦੇ ਕਿਸਾਨਾਂ ਵਾਸਤੇ ਹੈ, ਇਹ ਦੁਨੀਆ ਭਰ ਦੇ ਕਿਸਾਨਾਂ ਵਾਸਤੇ ਡਿਮਾਂਡ ਹੈ। ਇਹ ਮਿਨੀਮਮ ਸਪੋਰਟ ਪ੍ਰਾਈਸ ਹੈ, ਹਰ ਮੁਲਕ ਦੇ ਆਪਣੇ ਆਪਣੇ ਹਾਲਾਤ ਨੇ। ਇਹ ਕੈਨੇਡਾ ਵਾਸਤੇ ਵੀ ਉਨੀ ਸਹੀ ਹੈ, ਅਮਰੀਕਾ ਵਾਸਤੇ ਵੀ ਉਨੀ ਸਹੀ ਹੈ, ਲੈਟਨ ਅਮਰੀਕਾ ਵਾਸਤੇ ਵੀ ਉਨੀ ਸਹੀ ਹੈ ਕਿ ਜਿਹੜੀ ਕਿਰਸਾਨੀ ਜਿੰਨਾ ਖਰਚਾ ਕਰਦੀ ਹੈ ਉਹ ਸਾਰੇ ਖਰਚੇ ਦੇ ਉੱਪਰ ਉਹਨੂੰ 50% ਮੁਨਾਫਾ ਜੋੜ ਕੇ ਇਹ ਉਹਦੀ ਜਿਹੜੀ ਕਿਰਤ ਹੈ ਉਹਦੀ ਕਮਾਈ ਉਹਨੂੰ ਹੋਣੀ ਚਾਹੀਦੀ ਹੈ, ਜਿਹੜੀ ਉਹਦੀ ਫਸਲ ਹੈ ਉਸ ਦੀ ਕਮਾਈ ਉਹਨੂੰ ਇੰਨੀ ਹੋਣੀ ਚਾਹੀਦੀ। ਤੇ ਉਹ ਕਹਿੰਦੇ ਨੇ ਕਿ ਸਾਰੀਆਂ ਸਰਕਾਰਾਂ ਪਿਛਲੇ 25-30 ਸਾਲਾਂ ਤੋਂ ਜਦੋਂ ਦਾ ਸਵਾਮੀਨਾਥਨ ਕਮਿਸ਼ਨ ਬਣਿਆ ਜਾਂ ਜਦੋਂ ਦਾ ਇਹਦੀ ਰਿਪੋਰਟ ਆਈ ਹੈ, ਸਾਰੀਆਂ ਸਰਕਾਰਾਂ ਇਹ ਭਰਮ ਸਾਨੂੰ ਕਿਸਾਨਾਂ 'ਚ ਪਾਉਂਦੀਆਂ ਨੇ ਕਿ ਨਹੀਂ ਅਸੀਂ ਤੁਹਾਨੂੰ ਦੇਵਾਂਗੇ ਮਿਨੀਮਮ ਸਪੋਰਟ ਪ੍ਰਾਈਸ, ਅਸੀਂ ਤੁਹਾਨੂੰ ਦੇ ਰਹੇ ਮਿਨੀਮਮ ਸਪੋਰਟ ਪ੍ਰਾਈਸ, ਤੇ ਕਾਨੂੰਨ ਕਿਉਂ ਨਹੀਂ ਬਣਾਉਂਦੇ ਤੁਸੀਂ? ਤੇ ਉਹ ਕਹਿੰਦੇ ਤੁਸੀਂ ਸਾਨੂੰ ਉੱਲੂ ਨਹੀਂ ਬਣਾ ਸਕਦੇ, ਤੁਸੀਂ ਕਹਿੰਦੇ ਸਾਡੇ 3 ਜਿਹੜੇ ਕਾਨੂੰਨ ਹੈ ਇਹ ਤਾਂ ਤੁਹਾਡੇ ਹੱਕ 'ਚ ਨੇ ਤੇ ਅਸੀਂ ਕਹਿੰਦੇ ਠੀਕ ਹੈ ਇਹਦੇ 'ਚ ਬਾਹਰ ਕਰ ਲਾਂਗੇ, ਤੁਸੀਂ ਸਾਡੇ ਮਿਨੀਮਮ ਸਪੋਰਟ ਪ੍ਰਾਈਸ ਦੀ ਮੰਗੀ ਮੰਨੋ। ਮਿਨੀਮਮ ਸਪੋਰਟ ਪ੍ਰਾਈਸ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਅਸੀਂ ਤਾਂ ਨਹੀਂ ਬੈਠੇ, ਅਸੀਂ ਤਾਂ ਤੁਹਾਨੂੰ ਦਿੰਦੇ ਹਾਂ, ਤੇ ਜੇ ਦਿੰਦੇ ਹੋ ਤੇ ਭਾਈ ਫਿਰ ਤੁਸੀਂ ਇਹਨੂੰ ਕਾਨੂੰਨੀ ਦਰਜਾ ਕਿਉਂ ਨਹੀਂ ਦਿੰਦੇ? ਕਾਨੂੰਨੀ ਦਰਜਾ ਦੇ ਦਿਓ, ਬਾਕੀ ਗੱਲਾਂ ਤੇ ਅਸੀਂ ਫਿਰ ਗੱਲ ਕਰ ਲਾਂਗੇ। ਤੁਸੀਂ ਇੱਕ ਗੱਲ ਤਾਂ ਸਾਡੀ ਮੰਨੋ ਕਿ ਮਿਨੀਮਮ ਸਪੋਰਟ ਪ੍ਰਾਈਸ ਦੀ ਅਸੀਂ ਤੁਹਾਡੀ ਮੰਗ ਮੰਨਦੇ ਹਾਂ। ਤੁਸੀਂ ਪਿਛਲੇ 4 ਮਹੀਨਿਆਂ ਤੋਂ ਸਾਡੀ ਕਿਰਸਾਨੀ ਨੂੰ ਤੜਫਾ ਕੇ ਮਾਰਤਾ, ਠੰਡ 'ਚ ਤੜਫਾਇਆ, ਗਰਮੀ 'ਚ ਹੁਣ ਤੜਫਾ ਰਹੇ ਹੋ। 316 ਤੱਕ ਲਾਸਟ ਜਿਹੜਾ ਡਾਟਾ ਸੀਗਾ 316, ਹੁਣ ਵੱਧ ਕੇ 320-25 ਵੀ ਹੋ ਸਕਦੇ ਨੇ। 330-25-30 ਕਿਸਾਨ ਆਪਣੀ ਕੁਰਬਾਨੀ ਦੇ ਚੁੱਕੇ, ਜਾਨ ਕੁਰਬਾਨ ਕਰ ਚੁੱਕੇ। ਔਰ ਮਤਲਬ 2-2 ਮਹੀਨੇ ਦੇ ਬੱਚਿਆਂ ਤੋਂ, ਗੋਦ 'ਚ ਲੈਂਦੇ ਬੱਚਿਆਂ ਤੋਂ ਤੇ 90-90 ਸਾਲਾਂ ਦੇ ਬਜ਼ੁਰਗਾਂ ਤੱਕ ਉਹ ਉੱਥੇ ਬਾਰਡਰਾਂ 'ਤੇ ਬੈਠ ਕੇ ਮਤਲਬ ਹਰ ਤਰ੍ਹਾਂ ਦੀ ਦੁੱਖ ਤਕਲੀਫ ਸਹਿ ਕੇ ਬੈਠੇ ਨੇ। ਉਹ ਤਾਕਤ ਉਹਨਾਂ ਨੂੰ ਇੱਕ ਤਾਂ ਮਿਲਦੀ ਹੈ ਆਪਦੀ ਮੰਗਾਂ ਦੀ ਜਾਇਜ਼ਨੈਸ ਕਿ ਸਾਡੀਆਂ ਮੰਗਾਂ ਜਸਟੀਫਾਈਡ ਨੇ। ਦੂਜੀ ਤਾਕਤ ਉਹਨਾਂ ਨੂੰ ਭਗਤ ਸਿੰਘ ਦੇ ਵਿਚਾਰਾਂ ਤੋਂ ਵੀ ਮਿਲਦੀ ਹੈ। ਉਹਨਾਂ ਨੂੰ ਐ ਸੀ ਕਿ ਜੇ ਇਹ ਲੜਾਈ ਹੈ, ਇਹ ਲੜਾਈ ਤਾਂ ਅਖੀਰ ਤੱਕ ਲੜਨੀ ਪੈਣੀ ਹੈ ਤਾਂ ਕਿ ਤੁਸੀਂ ਜੇ ਇੰਨੀ ਲੰਮੀ ਲੜਾਈ ਲੜੋ। ਲੇਕਿਨ ਉਹਨਾਂ ਨੇ ਫਿਰ ਆਪਣੇ ਵਿਰਸੇ 'ਚੋਂ ਵੀ ਹੋਰ ਚੀਜ਼ਾਂ ਵੀ ਸਿੱਖੀਆਂ, ਭਗਤ ਸਿੰਘ ਤੋਂ ਵੀ ਸਿੱਖਿਆ। ਭਗਤ ਸਿੰਘ ਦੀਆਂ ਉੱਥੇ ਲੋਕੀ ਤਸਵੀਰਾਂ ਲੈ ਕੇ ਵੀ ਬਹਿੰਦੇ ਨੇ, ਲੇਕਿਨ ਤਸਵੀਰਾਂ ਲੈ ਕੇ ਬਹਿਣਾ ਐਡੀ ਵੱਡੀ ਚੀਜ਼ ਨਹੀਂ ਹੈਗੀ ਜਿੰਨੀਆਂ ਉਹ ਭਗਤ ਸਿੰਘ ਦੀਆਂ ਕਿਤਾਬਾਂ ਪੜ੍ਹਦੇ ਨੇ, ਭਗਤ ਸਿੰਘ ਦੇ ਲੇਖ ਪੜ੍ਹਦੇ ਨੇ, ਭਗਤ ਸਿੰਘ ਦੇ ਵਿਚਾਰ ਪੜ੍ਹਦੇ ਨੇ। ਮਤਲਬ ਭਗਤ ਸਿੰਘ ਦੀ ਜ਼ਿੰਦਗੀ ਬਾਰੇ ਵੀ ਕਿਤਾਬਾਂ ਪੜ੍ਹਦੇ ਨੇ, ਲੇਕਿਨ ਸਭ ਤੋਂ ਜ਼ਰੂਰੀ ਗੱਲ ਹੈ ਕਿ ਭਗਤ ਸਿੰਘ ਦੇ ਵਿਚਾਰਾਂ ਵਾਲੀਆਂ ਜਾਂ ਉਹਦੇ ਆਪ ਦੇ ਵਿਚਾਰ ਜਿਹੜੇ ਉਹਦੇ ਲੇਖਾਂ ਦੇ ਰੂਪ ਦੇ ਵਿੱਚ, ਜਿਹੜੇ ਉਹਦੇ ਲਿਖਤਾਂ ਦੇ ਰੂਪ ਦੇ ਵਿੱਚ ਹੁਣ ਤਾਂ ਬਹੁਤ ਕਿਤਾਬਾਂ 'ਚ ਨੇ। ਉਹ ਹੁਣ ਤਾਂ ਘੱਟੋ ਘੱਟ ਹਿੰਦੁਸਤਾਨ ਦੀਆਂ ਕਈ ਜ਼ਬਾਨਾਂ 'ਚ ਭਗਤ ਸਿੰਘ ਦੀਆਂ 130 ਲਿਖਤਾਂ ਨੇ ਹੁਣ ਤੱਕ ਜਿਹੜੀਆਂ ਮੈਂ ਲੱਭੀਆਂ ਨੇ, ਟੋਟਲ 130 ਲਿਖਤਾਂ ਨੇ। 59 ਤਾਂ ਉਹਨਾਂ ਦੇ ਖਾਤੀ ਨੇ, 59 ਖਤ ਨੇ ਉਹਨਾਂ ਦੇ,
ਜਦੋਂ ਚੰਦਨ ਨੇ ਪਹਿਲੀ ਵਾਰੀ 74 ਚ ਲਿਖਤਾਂ ਕਲੈਕਟ ਕੀਤੀਆਂ, ਉਦੋਂ ਮੁਸ਼ਕਿਲ ਨਾਲ 5-6 ਖੱਤ ਸੀਗੇ ਭਗਤ ਸਿੰਘ ਦੇ ਜਿਹੜੇ ਉਹ ਸ਼ਾਮਿਲ ਸੀਗੇ। ਹੁਣ ਤੱਕ 59 ਖੱਤ ਸ਼ਾਮਿਲ ਲੱਭ ਚੁੱਕੇ ਨੇ, ਤੇ ਉਹ ਹੋਰ ਵੀ ਬਹੁਤ ਸਾਰੀਆਂ ਲਿਖਤਾਂ, ਉਹ ਲਿਖਤਾਂ ਹਿੰਦੀ ਵਿੱਚ, ਉਰਦੂ 'ਚ, ਮਰਾਠੀ 'ਚ, ਅੰਗਰੇਜ਼ੀ 'ਚ, ਪੰਜਾਬੀ 'ਚ, ਘੱਟੋ ਘੱਟ 5 ਜ਼ਬਾਨਾਂ 'ਚ ਤਾਂ ਪੂਰੀ ਦੀਆਂ ਪੂਰੀਆਂ ਲਿਖਤਾਂ ਇਸ ਵੇਲੇ ਛਪ ਚੁੱਕੀਆਂ ਨੇ। ਪੰਜਾਬੀ 'ਚ ਇੱਕ ਜਿਲਦ 'ਚ ਨਹੀਂ ਛਪੀਆਂ, ਕਈ ਵੱਖੋ ਵੱਖਰੀਆਂ ਜਿਲਦਾਂ ਛਪੀਆਂ ਨੇ, ਲੇਕਿਨ ਹਿੰਦੀ, ਉਰਦੂ, ਮਰਾਠੀ, ਅੰਗਰੇਜ਼ੀ ਇਹਨਾਂ 'ਚ ਇੱਕ ਜਿਲਦ 'ਚ ਛਪ ਚੁੱਕੀਆਂ ਨੇ, ਸਾਰੀ ਦੁਨੀਆ 'ਚ ਇਸ ਵੇਲੇ ਪਹੁੰਚ ਰਹੀਆਂ ਨੇ। ਤੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਲਗਾਤਾਰ ਇਸ ਗੱਲ ਨੂੰ ਤਾਕਤ ਦਿੰਦੀਆਂ ਨੇ। ਦੂਜੇ ਪਾਸੇ ਉਹਨਾਂ ਨੇ ਸਿੱਖਿਆ ਵਿਰਸੇ ਤੋਂ ਬਾਬਾ ਬੰਦਾ ਬਹਾਦਰ ਦੇ, ਜਿਹੜੀ ਕਿਸਾਨ ਪੱਖੀ, ਉਹਨੇ ਜਿਸ ਤਰ੍ਹਾਂ ਕਿਸਾਨਾਂ ਦੇ ਪੱਖ 'ਚ ਆਪਣਾ ਕੀਤੇ ਸੀਗੇ ਕੰਮ, ਜਿਹੜੇ ਉਸ ਸਮੇਂ ਦੀ ਹਕੂਮਤ 'ਚ ਉਹਨੇ ਜਿਸ ਤਰ੍ਹਾਂ ਜ਼ਮੀਨਾਂ ਵੰਡਤੀਆਂ ਸੀ ਬੇਜ਼ਮੀਨ ਕਿਸਾਨਾਂ ਨੂੰ, ਜਿਸ ਤਰੀਕੇ ਨਾਲ ਉਹਨਾਂ ਨੇ ਗਦਰੀ ਬਾਬਿਆਂ ਤੋਂ ਸਿੱਖਿਆ, ਬੀਬੀ ਗੁਲਾਬ। ਹੁਣ ਜਿਹੜੀਆਂ ਇੰਨੀਆਂ ਔਰਤਾਂ ਇਸ ਕਿਸਾਨੀ ਲਹਿਰ ਦੇ ਵਿੱਚ ਸ਼ਾਮਲ ਹੈ, ਮਤਲਬ ਇਸ ਕਿਸਾਨੀ ਲਹਿਰ ਦੇ ਬਹੁਤ ਜ਼ਿਆਦਾ ਪੱਖ ਨੇ। ਮੈਂ ਉਹਨਾਂ ਪੱਖਾਂ ਤੇ ਕੱਲੀ ਕੱਲੀ ਗੱਲ ਤੇ ਗੱਲ ਕਰਨ ਲੱਗਾ ਤੇ ਸ਼ਾਇਦ ਕੱਲੀ ਕੱਲੀ ਗੱਲ ਤੇ ਵੀ ਕਾਫੀ ਲੰਬਾ ਸਮਾਂ ਲੱਗ ਸਕਦਾ ਇੱਕ ਇੱਕ ਪੱਖ ਤੇ ਬਿਆਨ ਕਰਨ ਬਾਰੇ। ਔਰਤਾਂ ਦੀ ਉਹਦੇ 'ਚ ਹਿੱਸੇਦਾਰੀ ਬਾਰੇ, ਔਰਤਾਂ ਨੇ ਕਿਵੇਂ ਔਰਤਾਂ ਨੂੰ ਜਾਗਰਤੀ ਇਸ ਲਹਿਰ ਨੇ ਦਿੱਤੀ ਹੈ। ਮਤਲਬ ਇਹ ਨਹੀਂ ਕਿ ਪਹਿਲਾਂ ਔਰਤਾਂ ਜਾਗਰਤ ਨਹੀਂ ਸੀਗੀਆਂ, ਲੇਕਿਨ ਹੁਣ ਬਰਾਬਰ ਦੀ ਹਿੱਸੇਦਾਰੀ ਕਰਕੇ ਇਸ ਲਹਿਰ ਦੇ ਵਿੱਚ ਕਿਵੇਂ ਔਰਤ ਤੇ ਮਰਦ ਦਾ ਪਾੜਾ ਘਟਾਇਆ, ਕਿਵੇਂ ਜਿਹੜੀ ਮਰਦ ਦੀ ਜਿਹੜੀ ਸੋ ਕਾਲਡ ਮਰਦਾਨਗੀ, ਸਰਦਾਰੀ, ਪੈਟਰੀਆਰਕਲ ਸੋਸਾਇਟੀ ਹੈ, ਉਹਨੂੰ ਸੱਟ ਮਾਰੀ ਹੈ। ਤੇ ਇਹ ਸਾਬਤ ਕੀਤਾ ਕਿ ਔਰਤ ਮਰਦ ਦੇ ਬਰਾਬਰ ਦੀ ਹਰ ਗੱਲ 'ਚ ਹਿੱਸੇਦਾਰ ਹੈ। ਉਹ ਅੱਜ ਸਾਡੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੀਆਂ ਉੱਥੇ ਦਾਤੀ ਨਾਲ ਫਸਲਾਂ ਵੀ ਕੱਟ ਰਹੀਆਂ ਨੇ। ਇਹ ਇੰਨੇ ਵਧੀਆ ਟ੍ਰੈਂਡ ਪੈਦਾ ਕੀਤੇ ਇਸ ਕਿਸਾਨੀ ਲਹਿਰ ਨੇ। ਇਹ ਇਕੱਲੀ ਸਿਰਫ ਇੱਕ ਉੱਥੇ ਬਾਰਡਰਾਂ ਤੇ ਲੜੀ ਜਾ ਰਹੀ ਲਹਿਰ ਨਹੀਂ ਹੈਗੀ, ਇਹ ਲਹਿਰ ਹੈ ਜਿਹਦੇ ਦੂਰਗਾਮੀ ਪ੍ਰਭਾਵ ਨਾ ਸਿਰਫ ਪੰਜਾਬ 'ਚ ਪੈ ਰਹੇ ਨੇ, ਹਿੰਦੁਸਤਾਨ 'ਚ ਪੈ ਰਹੇ ਨੇ, ਸਾਰੀ ਦੁਨੀਆ 'ਚ ਪੈ ਰਹੇ ਨੇ। ਸਾਰੀ ਦੁਨੀਆ ਦੇ ਲੋਕਾਂ ਨੇ ਇਸ ਲਹਿਰ ਤੋਂ ਸਿੱਖਣਾ, ਇਸ ਲਹਿਰ ਤੋਂ ਸਿੱਖ ਕੇ ਉੱਠਣਾ। ਲੇਕਿਨ ਉਹਦੇ ਵਿੱਚ ਜਦੋਂ ਵਿਚਾਰਧਾਰਕ ਕੁੰਜੀ ਦੀ ਗੱਲ ਆਉਂਦੀ ਨਾ, ਕਿ ਇਸ ਲਹਿਰ ਦੀ ਵਿਚਾਰਧਾਰਕ ਕੁੰਜੀ ਕੀ ਹੈ, ਤਾਂ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਇਸ ਲਹਿਰ ਦੀ ਵਿਚਾਰਧਾਰਕ ਕੁੰਜੀ ਭਗਤ ਸਿੰਘ ਦੇ ਵਿਚਾਰ ਨੇ। ਉਸ ਨੇ ਵਿਚਾਰ ਨੇ ਤੇ ਲਹਿਰ ਨੇ ਦੋਹਾਂ ਨੂੰ ਇੱਕ ਦੂਜੀ ਤਾਕਤ ਦਿੱਤੀ। ਭਗਤ ਸਿੰਘ ਇਹੀ ਕੁਝ ਚਾਹੁੰਦਾ ਸੀਗਾ। ਭਗਤ ਸਿੰਘ ਨੇ ਜਦੋਂ ਲੈਟਰ ਟੂ ਯੰਗ ਪੋਲੀਟੀਕਲ ਵਰਕਰ ਲਿਖਿਆ, ਜਾਂ ਜਦੋਂ ਬਹੁਤ ਛੋਟਾ ਜਿਹਾ ਖਤ ਉਹਨੇ ਲਿਖਿਆ 29 ਅਕਤੂਬਰ 1929 ਨੂੰ ਲਾਹੌਰ ਦੇ ਵਿੱਚ ਪੰਜਾਬ ਸਟੂਡੈਂਟ ਕਾਨਫਰੰਸ ਹੋਈ ਸੀ, ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਉਹਦੀ ਪ੍ਰਧਾਨਗੀ ਕੀਤੀ ਸੀ। ਤੇ ਭਗਤ ਸਿੰਘ ਤੇ ਦੱਤ ਦਾ ਇੱਕ ਛੋਟਾ ਜਿਹਾ ਖਤ ਉੱਥੇ ਪੜ੍ਹ ਕੇ ਸੁਣਾਇਆ ਸੀ, ਜਿਹੜਾ ਟ੍ਰਿਬਿਊਨ 'ਚ ਉਸ ਵੇਲੇ ਛਪ ਵੀ ਗਿਆ ਸੀ। ਤੇ ਉਹਦੇ 'ਚ ਉਹਨੇ ਇਹੀ ਕਿਹਾ ਸੀ ਕਿ ਅੱਜ ਅਸੀਂ ਨੌਜਵਾਨਾਂ ਨੂੰ, ਵਿਦਿਆਰਥੀਆਂ ਨੂੰ ਬੰਬ ਤੇ ਬੰਦੂਕ ਚੱਕਣ ਦੀ ਸਲਾਹ ਨਹੀਂ ਦੇ ਸਕਦੇ। ਅਸੀਂ ਉਹਨਾਂ ਨੂੰ ਇਹ ਸਲਾਹ ਦੇਵਾਂਗੇ ਕਿ ਉਹ ਖੇਤਾਂ 'ਚ ਜਾਣ, ਉਹ ਕਾਰਖਾਨਿਆਂ 'ਚ ਜਾਣ, ਉਹ ਮਜ਼ਦੂਰਾਂ ਨੂੰ ਜਥੇਬੰਦ ਕਰਨ, ਕਿਸਾਨਾਂ ਨੂੰ ਜਥੇਬੰਦ ਕਰਨ ਤੇ ਇੱਕ ਵੱਡੀ ਲੋਕ ਲਹਿਰ ਨੂੰ ਉਸਾਰਨ। ਉਸ ਲੋਕ ਲਹਿਰ ਦੇ ਵਿੱਚ ਹੀ ਹਿੰਦੁਸਤਾਨ ਦੀ ਆਜ਼ਾਦੀ ਦੀ ਲਹਿਰ ਬਣੂਗੀ। ਮਤਲਬ ਉਹਨਾਂ ਵਾਸਤੇ ਹਿੰਦੁਸਤਾਨ ਦੀ ਆਜ਼ਾਦੀ ਦੀ ਲਹਿਰ ਦਾ ਸੰਕਲਪ ਮਜ਼ਦੂਰਾਂ ਤੇ ਕਿਸਾਨਾਂ ਦੀ ਲੋਕ ਲਹਿਰ ਸੀ। ਅਸਲ ਦੇ ਵਿੱਚ ਜਿਹੜੇ ਭਗਤ ਸਿੰਘ ਦੀ ਆਜ਼ਾਦੀ ਦਾ ਸੰਕਲਪ ਸੀ, ਉਸ ਨੂੰ ਇਸ ਲਹਿਰ ਨੇ ਸਹੀ ਮਾਇਨਿਆਂ ਦੇ ਵਿੱਚ ਸਾਕਾਰ ਰੂਪ ਦਿੱਤਾ ਕਿ ਅਸਲ 'ਚ ਆਜ਼ਾਦੀ ਸੰਗਰਾਮ ਅਸੀਂ ਹੁਣ ਇਸ ਕਿਸਾਨੀ ਸੰਗ੍ਰਹਿ ਰਾਹੀਂ, ਕਿਸਾਨੀ ਲਹਿਰ ਰਾਹੀਂ ਲੜ ਰਹੇ ਹਾਂ। ਤੇ ਇਹ ਲੜਾਈ ਭਗਤ ਸਿੰਘ ਦੇ ਵਿਚਾਰਾਂ ਦੀ ਲੜਾਈ ਦਾ ਸਾਕਾਰ ਰੂਪ ਹੈ। ਭਗਤ ਸਿੰਘ ਜਿਉਂਦਾ ਰਹਿੰਦਾ, ਔਰ ਇਸੇ ਕਰਕੇ ਅੰਗਰੇਜ਼ਾਂ ਨੇ ਉਹਨੂੰ ਫਾਂਸੀ ਵੀ ਦੇਣ 'ਚ ਬਹੁਤ ਜਲਦਬਾਜ਼ੀ ਵੀ ਕੀਤੀ, ਕਿ ਇਸ ਕਰਕੇ ਵੀ ਕੀਤੀ, ਨਜਾਇਜ਼ ਤਰੀਕੇ ਨਾਲ ਵੀ ਕੀਤੀ, ਕਿ ਉਹਨੂੰ ਦਿਖ ਰਿਹਾ ਸੀ ਕਿ ਜੇ ਇਸ ਬੰਦੇ ਨੂੰ ਜਿਉਂਦਾ ਛੱਡਤਾ ਤਾਂ ਜਿਹੜੀ ਕਿਸਾਨੀ ਲਹਿਰ ਅੱਜ 80 ਸਾਲਾਂ ਬਾਅਦ ਅਸੀਂ ਭਗਤ ਸਿੰਘ ਦੇ 90 ਸਾਲਾਂ ਬਾਅਦ ਉਹਦੀ ਫਾਂਸੀ ਦੇਖ ਰਹੇ ਹਾਂ, ਉਹ ਭਗਤ ਸਿੰਘ ਦੇ ਜਿਉਂਦੇ ਜੀ ਖੜੀ ਹੁੰਦੀ ਦੇਖ ਲੈਣੀ ਸੀ। 47 ਤੋਂ ਪਹਿਲਾਂ ਹੀ ਖੜੀ ਹੁੰਦੀ ਦੇਖ ਲੈਣੀ ਸੀ ਅਸੀਂ। ਏਡੀ ਵੱਡੀ ਲਹਿਰ, ਇਸ ਗੱਲ ਦਾ ਖਤਰਾ ਸੀ ਸਾਮਰਾਜਵਾਦ ਨੂੰ, ਕਿ ਇਹ ਸਾਮਰਾਜਵਾਦ ਦਾ ਹੀ ਦੁਸ਼ਮਣ ਨਹੀਂ ਹੈਗਾ, ਇਹ ਜ਼ਗੀਰਦਾਰੀ ਦਾ ਵੀ ਦੁਸ਼ਮਣ ਹੈ। ਹਿੰਦੁਸਤਾਨ ਦੇ ਜ਼ਗੀਰਾਂ ਨੂੰ ਵੀ ਖਤਰਾ ਸੀਗਾ ਕਿ ਇਸ ਬੰਦੇ ਨੇ ਜੇ ਜਿਉਂਦਾ ਰਹਿ ਗਿਆ, ਤੇ ਜੇ ਇਹਦੀ ਜਥੇਬੰਦਕ ਤਾਕਤ ਮਿਲ ਗਈ, ਜੇ ਲੋਕ ਇਹਦੇ ਪਿੱਛੇ ਲੱਗ ਗਏ, ਕਿ ਜਿਵੇਂ ਉਹਦੇ ਪਿੱਛੇ ਲੱਗ ਰਹੇ ਸੀ ਲੋਕ, ਜਿਵੇਂ ਗਾਂਧੀ ਦੇ ਪਿੱਛੇ ਲੱਗ ਰਹੇ ਸੀ, ਮਹਾਤਮਾ ਗਾਂਧੀ ਦੇ ਪਿੱਛੇ ਲੱਗ ਰਹੇ ਸੀ, ਉਸੇ ਤਰੀਕੇ ਨਾਲ ਭਗਤ ਸਿੰਘ ਦੇ ਪਿੱਛੇ ਵੀ ਲੱਗ ਰਹੇ ਸੀ। ਇਹ ਠੀਕ ਹੈ ਕਿ ਭਗਤ ਸਿੰਘ ਕੋਲ ਇਹੋ ਜਿਹੀ ਜਥੇਬੰਦੀ ਨਹੀਂ ਸੀਗੀ, ਜਥੇਬੰਦੀ ਵੀ ਮਹਾਤਮਾ ਗਾਂਧੀ ਕੋਲ ਕਾਂਗਰਸ ਪਾਰਟੀ ਸੀਗੀ,
ਲੇਕਿਨ ਜੇ ਉਹਨੂੰ ਜਿਉਂਦਾ ਰਹਿਣ ਦਾ ਮੌਕਾ ਮਿਲਦਾ ਤੇ ਉਹਨੇ ਉਹ ਜਥੇਬੰਦੀ ਉਸਾਰਦੇ ਨਹੀਂ ਸੀ। ਜਿਹੜਾ ਉਹਨੇ ਲੈਟਰ ਟੂ ਯੰਗ ਪੋਲੀਟੀਕਲ ਵਰਕਰ ਲਿਖਿਆ ਉਹਦੇ 'ਚ ਉਹਨੇ ਪੂਰੀ ਜਥੇਬੰਦੀ ਉਸਾਰਨ ਦਾ ਹੀ ਪ੍ਰੋਗਰਾਮ ਲਿਖਿਆ ਕਿ ਜਥੇਬੰਦੀ ਕਿਵੇਂ ਉਸਾਰਨੀ ਹੈ ਤੇ ਕਿਵੇਂ ਇਨਕਲਾਬੀ ਲਹਿਰ ਖੜੀ ਕਰਨੀ ਹੈ। ਤੇ ਮੈਂ ਸਮਝਦਾ ਕਿ ਇਸ ਲਹਿਰ ਦੇ ਬਹੁਤ ਸ਼ਾਨਦਾਰ ਪੱਖ ਨੇ ਤੇ